ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਿਆਰਿਓ, ਅੱਗੇ ਸਾਖੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਸਿਪਨਾ ਬਾਬਾ ਬੁੱਢਾ ਜੀ ਨੇ ਪ੍ਰਗਟ ਕਰਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਾ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਤੇ ਪ੍ਰੀਖਿਆ ਵਿੱਚ ਪੂਰਾ ਉਤਰਨ ਤੋਂ ਬਾਅਦ ਗੁਰਗੱਦੀ ਸੌਂਪ ਦਿੱਤੀ। ਆਪਣਾ ਅੰਤਮ ਸਮਾਂ ਜਾਣ ਕੇ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਆਗਿਆ ਦਿੱਤੀ ਕਿ ਤੁਸੀਂ ਕਰਤਾਰਪੁਰ ਵਿੱਚ ਨਹੀਂ ਰਹਿਣਾ। ਤੁਸੀਂ ਆਪਣੇ ਨਗਰ ਖਡੂਰ ਚਲੇ ਜਾਓ ਤੇ ਉੱਥੇ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਅਸੀਂ ਹੁਣ ਥੋੜ੍ਹੇ ਦਿਨਾਂ ਤੱਕ ਸੱਚਖੰਡ ਨੂੰ ਚਲੇ ਜਾਵਾਂਗੇ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬੜੇ ਵਿਰਾਗ ਵਿੱਚ ਆ ਕੇ ਬੇਨਤੀ ਕੀਤੀ ਕਿ ਮੈਂ ਆਪ ਦੇ ਅੰਤਮ ਦਰਸ਼ਨ ਨਹੀਂ ਕਰ ਸਕਾਂਗਾ। ਪੁਰਖਾ, ਅਸੀਂ ਤੇਰੇ ਅੰਗ ਸੰਗ ਹਾਂ। ਸਾਡਾ ਦਰਸ਼ਨ ਤੂੰ ਸਦਾ ਆਪਣੇ ਹਿਰਦੇ ਵਿੱਚ ਕਰਿਆ ਕਰੀ, ਜਿਵੇਂ ਆਪ ਦਾ ਹੁਕਮ। ਪਰ ਮੇਰੇ ਚਿੱਤ ਆਪ ਤੋਂ ਵਿਛੜਨ ਤੇ ਨਹੀਂ ਕਰਦਾ। ਇੱਥੇ ਰਹਿਣ ਨਾਲ ਸ਼੍ਰੀ ਚੰਦ ਤੇ ਲਖਮੀ ਦਾਸ ਈਰਖਾ ਕਰਨਗੇ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਆਪਣੇ ਗੁਰਦੇਵ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਤੇ ਚਰਨ ਧੂੜ ਮਸਤਕ 'ਤੇ ਲਾ ਕੇ ਖਡੂਰ ਵੱਲ ਤੁਰ ਪਏ। ਇਸ ਸਮੇਂ ਆਪ ਦਾ ਹਿਰਦਾ ਵਿਰਾਗ ਨਾਲ ਭਰਿਆ ਹੋਇਆ ਸੀ ਤੇ ਨੇਤਰਾਂ ਵਿੱਚੋਂ ਜਲ ਵਗ ਰਿਹਾ ਸੀ। ਖਡੂਰ ਪਹੁੰਚ ਕੇ ਆਪ ਆਪਣੀ ਭੂਆ ਮਾਈ ਭਰਾਈ ਦੇ ਘਰ ਚਲੇ ਗਏ। ਮਾਈ ਭਰਾਈ ਨੇ ਪੁੱਛਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਛੱਡ ਆਏ ਹੋ ਅਤੇ ਤੁਸੀਂ ਉਦਾਸ ਤੇ ਚੁੱਪਚਾਪ ਕਿਉਂ ਹੋ? ਆਪ ਜੀ ਨੇ ਮਾਈ ਜੀ ਨੂੰ ਕੋਈ ਉੱਤਰ ਨਾ ਦਿੱਤਾ। ਇੱਕ ਲੰਮਾ ਹੌਂਕਾ ਲਿਆ ਅਤੇ ਨੇਤਰਾਂ 'ਚੋਂ ਜਲ ਘੇਰਨ ਲੱਗ ਪਏ। ਆਪ ਜੀ ਦੀ ਇਹ ਦਸ਼ਾ ਦੇਖ ਕੇ ਮਾਈ ਨੇ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਹਨ। ਮਾਈ ਦੀ ਇਹ ਗੱਲ ਸੁਣ ਕੇ ਆਪ ਜੀ ਨੇ ਕੇਵਲ ਇੰਨਾ ਹੀ ਕਿਹਾ ਕਿ ਮੈਨੂੰ ਇਸ ਸਮੇਂ ਬੋਲਣਾ, ਵੇਖਣਾ ਤੇ ਸੁਣਨਾ ਕੁਛ ਨਹੀਂ ਪਾਉਂਦਾ। ਮੈਨੂੰ ਇੱਕ ਕੋਠੜੀ ਵਿੱਚ ਇਕਾਂਤ ਬੈਠਣ ਦਿਓ। ਇਸ ਕੋਠੜੀ ਦਾ ਬੂਹਾ ਇੱਟਾਂ ਨਾਲ ਚਿਣ ਕੇ ਬਾਹਰੋਂ ਲਿਪਾਈ ਕਰਕੇ ਬੰਦ ਕਰ ਦੇਣਾ ਅਤੇ ਸਾਡਾ ਕਿਸੇ ਨੂੰ ਪਤਾ ਨਹੀਂ ਦੱਸਣਾ। ਮਾਈ ਨੇ ਕਿਹਾ, ਤੁਸੀਂ ਅੰਦਰ ਚੁੱਪ ਕਰਕੇ ਬੈਠੇ ਰਹੋ, ਦਰਵਾਜ਼ਾ ਕਿਉਂ ਬੰਦ ਕਰਵਾਉਂਦੇ ਹੋ? ਤਦ ਗੁਰੂ ਜੀ ਚੁੱਪ ਕਰਕੇ ਕੋਠੜੀ ਅੰਦਰ ਸਮਾਧੀ ਲਾ ਕੇ ਬੈਠ ਗਏ ਅਤੇ ਬਿਰਤੀ ਸ਼੍ਰੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਟਿਕਾ ਲਈ। ਉਪਰੰਤ ਮਾਈ ਭਰਾਈ ਨੇ ਆਪ ਜੀ ਦੀ ਆਗਿਆ ਅਨੁਸਾਰ ਕੋਠੜੀ ਦਾ ਦਰਵਾਜ਼ਾ ਇੱਟਾਂ ਨਾਲ ਬੰਦ ਕਰਵਾ ਦਿੱਤਾ ਅਤੇ ਉੱਪਰ ਲਿਪਾਈ ਕਰਾ ਦਿੱਤੀ। ਉੱਧਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਜਾਣ ਦਾ ਕੌਤਕ ਵਰਤਾ ਦਿੱਤਾ। ਆਪ ਦੇ ਅੰਤਮ ਦਰਸ਼ਨ ਕਰਨ ਲਈ ਦੂਰ ਨੇੜੇ ਦੀਆਂ ਬੇਅੰਤ ਸੰਗਤਾਂ ਕਰਤਾਰਪੁਰ ਆਈਆਂ। ਬਾਬਾ ਬੁੱਢਾ ਜੀ ਇਸ ਸਮੇਂ ਕਰਤਾਰਪੁਰ ਹੀ ਸਨ। ਆਪ ਆਪਣੇ ਗੁਰਦੇਵ ਜੀ ਦੇ ਸੱਚਖੰਡ ਜਾਣ ਦਾ ਸਾਰਾ ਕੌਤਕ ਵੇਖ ਰਹੇ ਸਨ। ਆਪ ਦਾ ਮਨ ਇਸ ਸਮੇਂ ਬੜਾ ਉਦਾਸ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਸਭ ਆਈਆਂ ਸੰਗਤਾਂ ਆਪੋ ਆਪਣੇ ਨਗਰਾਂ ਨੂੰ ਵਾਪਸ ਚਲੀਆਂ ਗਈਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਸਭ ਆਈਆਂ ਸੰਗਤਾਂ ਆਪੋ ਆਪਣੇ ਨਗਰਾਂ ਨੂੰ ਵਾਪਸ ਚਲੀਆਂ ਗਈਆਂ। ਬਾਬਾ ਬੁੱਢਾ ਜੀ, ਮਾਤਾ ਸੁਲੱਖਣੀ ਤੇ ਬਾਬਾ ਸ਼੍ਰੀ ਚੰਦ ਤੋਂ ਆਗਿਆ ਲੈ ਕੇ ਆਪਣੇ ਨਗਰ ਨੂੰ ਚਲੇ ਗਏ। ਹੁਣ ਬਾਬਾ ਜੀ ਦਾ ਮਨ ਕਰਤਾਰਪੁਰ ਰਹਿਣ ਲਈ ਨਹੀਂ ਸੀ ਮੰਨਦਾ। ਸਤਿਗੁਰ ਦੇ ਵਿਛੋੜੇ ਦਾ ਦੁੱਖ ਬਾਬਾ ਬੁੱਢਾ ਜੀ ਲਈ ਬੜਾ ਦੁਖਦਾਈ ਸੀ। ਆਪ ਹਰ ਸਮੇਂ ਵਿਰਾਗ ਵਿੱਚ ਰਹਿਣ ਲੱਗੇ। ਸਤਿਗੁਰ ਜੀ ਦੀ ਬਾਣੀ ਦਾ ਪਾਠ ਕਰਕੇ ਆਪ ਆਪਣੇ ਮਨ ਨੂੰ
ਆਪ ਆਪਣੇ ਮਨ ਨੂੰ ਸ਼ਾਂਤ ਕਰਦੇ। 6 ਮਹੀਨੇ ਦਾ ਸਮਾਂ ਲੰਘ ਗਿਆ। ਸਿੱਖ ਸੰਗਤਾਂ ਨੂੰ ਇਹ ਤਾਂ ਪਤਾ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਆਪਣੀ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ ਹਨ, ਪਰ ਸ੍ਰੀ ਗੁਰੂ ਅੰਗਦ ਦੇਵ ਜੀ ਕਿੱਥੇ ਚਲੇ ਗਏ, ਇਸ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗਦਾ। ਦਰਸ਼ਨ ਦੇ ਅਭਿਲਾਸ਼ੀ ਕਰਤਾਰਪੁਰ ਆਉਣ, ਪਰ ਉੱਥੇ ਗੁਰੂ ਜੀ ਦੇ ਦਰਸ਼ਨ ਨਾ ਹੋਣ ਕਰਕੇ ਖਡੂਰ ਵੱਲ ਤੁਰ ਪੈਣ। ਉੱਥੇ ਵੀ ਗੁਰੂ ਜੀ ਦਾ ਕੋਈ ਪਤਾ ਨਾ ਲੱਗੇ। ਇਸ ਤਰ੍ਹਾਂ ਸਿੱਖ ਸੰਗਤਾਂ ਵਿੱਚ ਬੜੀ ਬੇਚੈਨੀ ਤੇ ਉਦਾਸੀ ਛਾ ਗਈ। ਕੁਝ ਉੱਘੇ ਸਿੱਖਾਂ ਨੇ ਬੈਠ ਕੇ ਵਿਚਾਰ ਕੀਤੀ ਕਿ ਸਤਿਗੁਰੂ ਜੀ ਦੀ ਖੋਜ ਕਿਵੇਂ ਕੀਤੀ ਜਾਏ। ਅੰਤ ਸਾਰਿਆਂ ਨੇ ਇਹੋ ਫੈਸਲਾ ਕੀਤਾ ਕਿ ਇਹ ਕਾਰਜ ਬਾਬਾ ਬੁੱਢਾ ਜੀ ਹੀ ਕਰ ਸਕਦੇ ਹਨ। ਉਹਨਾਂ ਦੀ ਸੇਵਾ ਵਿੱਚ ਸਾਨੂੰ ਹਾਜ਼ਰ ਹੋਣਾ ਚਾਹੀਦਾ ਹੈ। ਇਹ ਸਲਾਹ ਕਰਕੇ ਬਹੁਤ ਸਾਰੇ ਸਿੱਖ ਬਾਬਾ ਬੁੱਢਾ ਜੀ ਦੇ ਪਿੰਡ ਪੁੱਜੇ। ਉਹਨਾਂ ਦੇ ਦਰਸ਼ਨ ਕਰਕੇ ਬੇਨਤੀ ਕੀਤੀ ਕਿ ਬਾਬਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਕੋਈ ਪਤਾ ਨਹੀਂ ਲੱਗਦਾ ਕਿ ਆਪ ਕਿੱਧਰ ਚਲੇ ਗਏ ਹਨ। 6 ਮਹੀਨੇ ਤੋਂ ਸੰਗਤਾਂ ਦਰਸ਼ਨ ਬਿਨਾਂ ਭਟਕ ਰਹੀਆਂ ਹਨ। ਉਹਨਾਂ ਦੀ ਖੋਜ ਆਪ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਤੁਸੀਂ ਕਿਰਪਾ ਕਰਕੇ ਇਹ ਕਾਰਜ ਕਰੋ। ਬਾਬਾ ਬੁੱਢਾ ਜੀ ਨੇ ਸਿੱਖਾਂ ਤੋਂ ਸਾਰੀ ਵਿਥਿਆ ਸੁਣ ਕੇ ਕਿਹਾ, ਗੁਰਮੁਖੋ, ਮੈਨੂੰ ਜਿਵੇਂ ਹੁਕਮ ਕਰੋ ਮੈਂ ਹਾਜ਼ਰ ਹਾਂ। ਆਓ ਸਾਰੇ ਰਲ ਕੇ ਸਤਿਗੁਰੂ ਜੀ ਨੂੰ ਲੱਭਣ ਦਾ ਉਦਮ ਕਰੀਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਆਪਣੇ ਨਗਰ ਖਡੂਰ ਵਿੱਚ ਜਾ ਰਹੋ। ਗੁਰੂ ਜੀ ਦੀ ਆਗਿਆ ਅਨੁਸਾਰ ਆਪ ਖਡੂਰ ਚਲੇ ਗਏ ਸਨ। ਮੇਰਾ ਖਿਆਲ ਹੈ ਕਿ ਆਪਣੇ ਗੁਰਦੇਵ ਦੀ ਆਗਿਆ ਅਨੁਸਾਰ ਆਪ ਖਡੂਰ ਵਿੱਚ ਹੀ ਹੋਣਗੇ। ਉਹ ਸਤਿਗੁਰਾਂ ਦੀ ਹੁਕਮ ਅਦੂਲੀ ਕਰਕੇ ਖਡੂਰ ਤੋਂ ਬਾਹਰ ਨਹੀਂ ਗਏ ਹੋਣਗੇ। ਆਓ ਪਹਿਲਾਂ ਖਡੂਰ ਚੱਲੀਏ। ਮੇਰਾ ਵਿਸ਼ਵਾਸ ਹੈ ਕਿ ਸਾਨੂੰ ਸਤਿਗੁਰੂ ਜੀ ਦੇ ਖਡੂਰ ਵਿੱਚ ਦਰਸ਼ਨ ਜ਼ਰੂਰ ਹੋ ਜਾਣਗੇ। ਬਾਬਾ ਬੁੱਢਾ ਜੀ ਸਭ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਖਡੂਰ ਵਿੱਚ ਪਹੁੰਚੇ। ਖਡੂਰ ਵਿੱਚ ਸਭ ਥਾਈਂ ਸਤਿਗੁਰੂ ਜੀ ਦੀ ਭਾਲ ਕੀਤੀ, ਪਰ ਆਪ ਕਿਸੇ ਥਾਂ ਤੋਂ ਨਾ ਮਿਲੇ। ਅਖੀਰ ਬਾਬਾ ਜੀ ਨੇ ਕਿਹਾ ਕਿ ਮਾਈ ਭਰਾਈ ਤੋਂ ਪਤਾ ਕਰੀਏ, ਸ਼ਾਇਦ ਉਹਨਾਂ ਨੂੰ ਪਤਾ ਹੋਵੇ। ਇਹ ਕਹਿ ਕੇ ਬਾਬਾ ਜੀ ਭਰਾਈ ਦੇ ਘਰ ਗਏ। ਸਭਨਾਂ ਨੇ ਪਹਿਲਾਂ ਮਾਈ ਨੂੰ ਮੱਥਾ ਟੇਕਿਆ ਅਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੁੱਛਿਆ ਕਿ ਮਾਤਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਨਹੀਂ ਮਿਲ ਰਹੇ। ਆਪ ਨੂੰ ਉਹਨਾਂ ਦਾ ਕੋਈ ਪਤਾ ਹੋਵੇ ਤਾਂ ਦੱਸੋ। ਸੰਗਤਾਂ ਲਈ ਦਰਸ਼ਨ ਲਈ ਬੜੀਆਂ ਵਿਆਕੁਲ ਹਨ। ਮਾਈ ਨੇ ਕੋਈ ਉੱਤਰ ਨਾ ਦਿੱਤਾ, ਚੁੱਪ ਕਰ ਰਹੀ। ਬਾਬਾ ਬੁੱਢਾ ਜੀ ਨੇ ਮਾਈ ਭਰਾਈ ਦੀ ਚੁੱਪ ਤੋਂ ਜਾਣ ਲਿਆ ਕਿ ਸਤਿਗੁਰੂ ਜੀ ਇੱਥੇ ਹੀ ਹਨ। ਬਾਬਾ ਬੁੱਢਾ ਜੀ ਦੀ ਨਜ਼ਰ ਇੱਕ ਕੋਠੇ 'ਤੇ ਪਈ, ਜਿਸ ਦੇ ਬੂਹੇ ਅੱਗੇ ਲਪਾਈ ਕਰਕੇ ਬੰਦ ਕੀਤਾ ਹੋਇਆ ਸੀ। ਇਹ ਵੇਖ ਕੇ ਬਾਬਾ ਜੀ ਨੇ ਸਿੱਖਾਂ ਨੂੰ ਕਿਹਾ ਕਿ ਮੇਰਾ ਯਕੀਨ ਹੈ ਕਿ ਸਤਿਗੁਰੂ ਜੀ ਇਸ ਕੋਠੇ ਵਿੱਚ ਹਨ। ਤਦ ਬਾਬਾ ਬੁੱਢਾ ਜੀ ਨੇ ਬੂਹੇ ਅੱਗੇ ਖੜ੍ਹ ਕੇ ਪਹਿਲਾਂ ਗੁਰੂ ਜੀ ਨੂੰ ਨਮਸਕਾਰ ਕਰਕੇ ਫਿਰ ਕਿਹਾ ਕਿ ਮੇਰਾ ਨਾਮ ਭਾਈ ਬੁੱਢਾ ਹੈ। ਸੰਗਤ ਆਪ ਦੇ ਦਰਸ਼ਨ ਲਈ ਬੜੀ ਵਿਆਕੁਲ ਹੈ। ਆਪ ਬਾਹਰ ਆ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਉਪਰੰਤ ਬਾਬਾ ਬੁੱਢਾ ਜੀ ਨੇ ਇੱਟਾਂ ਦਾ ਪਰਦਾ ਆਪਣੇ ਹੱਥਾਂ ਨਾਲ ਲਾਹ ਦਿੱਤਾ ਤੇ ਬੂਹਾ ਖੋਲ੍ਹਿਆ। ਬਾਬਾ ਜੀ ਅੰਦਰ ਵੇਖਿਆ ਕਿ ਸਤਿਗੁਰੂ ਜੀ ਸਮਾਧੀ ਵਿੱਚ ਲੀਨ ਹਨ। ਸਾਰੀ ਸੰਗਤ ਨੇ ਆਪ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਨੇ ਆਪ ਦੇ ਚਰਨ ਝੱਸ ਕੇ ਸਮਾਧੀ ਖੋਲ੍ਹੀ। ਸਤਿਗੁਰੂ ਜੀ ਬਾਬਾ ਬੁੱਢਾ ਜੀ ਤੇ ਸਾਰੀ ਸੰਗਤ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ। ਆਪ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਬੜਾ ਵਿਰਾਗ ਵਿੱਚ ਆ ਗਏ ਤੇ ਆਪ ਨੇ ਇਹ ਸ਼ਲੋਕ ਉਚਾਰਿਆ।
ਜਿਸ ਪਿਆਰੇ ਸਿਉ ਨਹੀਂ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ। ਸ਼ਲੋਕ ਮਹੱਲਾ ਦੂਜਾ। ਇਹ ਵਿਰਾਗਮਈ ਸ਼ਲੋਕ ਉਚਾਰ ਕੇ ਆਪ ਸੰਗਤ ਵਿੱਚ ਬੈਠ ਗਏ ਅਤੇ ਸਭ ਨੂੰ ਧੀਰਜ ਦਿੱਤਾ ਕਿ ਸਤਿਨਾਮ ਦਾ ਸਿਮਰਨ ਕਰੋ। ਸਤਿਗੁਰੂ ਜੀ ਦੇ ਪ੍ਰਗਟ ਹੋਣ ਦੀਆਂ ਖਬਰਾਂ ਸਭ ਸਿੱਖ ਸੰਗਤਾਂ ਨੂੰ ਪਹੁੰਚ ਗਈਆਂ। ਬੇਅੰਤ ਸੰਗਤਾਂ ਦਰਸ਼ਨ ਲਈ ਖਡੂਰ ਆਉਣ ਲੱਗ ਪਈਆਂ। ਗੁਰੂ ਘਰ ਦੀ ਮਰਿਆਦਾ ਅਨੁਸਾਰ ਦੋਵੇਂ ਵੇਲੇ ਦੀਵਾਨ ਸੱਜਣ ਲੱਗ ਪਏ। ਕੁਛ ਦਿਨ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ, ਕੋਈ ਐਸਾ ਸਿੱਖ ਲੱਭੋ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਅੰਤ ਤੱਕ ਉਹਨਾਂ ਦੀ ਸਾਰੀ ਕਥਾ ਸੁਣਾਵੇ। ਬਾਬਾ ਬੁੱਢਾ ਜੀ ਨੇ ਕਿਹਾ, ਮਹਾਰਾਜ, ਇੱਕ ਬਾਲਾ ਜੱਟ ਤਲਵੰਡੀ ਦੇ ਰਹਿਣ ਵਾਲਾ ਗੁਰੂ ਜੀ ਦੇ ਨਾਲ ਹੀ ਸਾਰੀ ਸੰਸਾਰਕ ਯਾਤਰਾ ਵਿੱਚ ਰਿਹਾ ਹੈ। ਉਹ ਆਪ ਜੀ ਨੂੰ ਗੁਰੂ ਜੀ ਦੇ ਕੌਤਕ ਸੁਣਾ ਸਕਦਾ ਹੈ। ਇਹ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੇ ਇੱਕ ਦੋ ਹੋਰ ਸਿੱਖਾਂ ਨੂੰ ਤਲਵੰਡੀ ਭੇਜਿਆ ਕਿ ਭਾਈ ਬਾਲਾ ਜੀ ਨੂੰ ਇੱਥੇ ਲਿਆਉਣਾ। ਬਾਬਾ ਬੁੱਢਾ ਜੀ ਤਲਵੰਡੀ ਗਏ ਤੇ ਸਤਿਗੁਰੂ ਜੀ ਦਾ ਸੁਨੇਹਾ ਦੇ ਕੇ ਭਾਈ ਬਾਲਾ ਜੀ ਨੂੰ ਖਡੂਰ ਲੈ ਆਏ। ਸਤਿਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਕਟਵਰਤੀ ਸਿੱਖ ਜਾਣ ਕੇ ਬੜਾ ਪਿਆਰ ਕੀਤਾ ਅਤੇ ਸਤਿਕਾਰ ਕੀਤਾ। ਗੁਰੂ ਜੀ ਦੀ ਆਗਿਆ ਮੰਨ ਕੇ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਕਥਾ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸਾਰੀ ਸੰਗਤ ਨੂੰ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੁਣਾਈ। ਇੱਕ ਸਿੱਖ ਇਸ ਸਾਰੀ ਕਥਾ ਨੂੰ ਨਾਲੋਂ ਨਾਲ ਲਿਖਦਾ ਗਿਆ। ਗੁਰੂ ਜੀ ਸਾਰੀ ਕਥਾ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਵਿਰਾਗੀ ਦਸ਼ਾ ਨੂੰ ਤਿਆਗ ਕੇ ਸਿੱਖਾਂ ਪ੍ਰਤੀ ਉਪਦੇਸ਼ ਕਰਕੇ ਨਿਹਾਲ ਕਰਨ ਲੱਗੇ। ਸਤਿਗੁਰ ਜੀ ਨੇ ਭਾਈ ਬਾਲਾ ਜੀ ਨੂੰ ਕੁਛ ਸਮਾਂ ਆਪਣੇ ਕੋਲ ਰੱਖ ਕੇ ਬੜੇ ਸਤਿਕਾਰ ਨਾਲ ਸਰੋਪਾ ਦੇ ਕੇ ਤਲਵੰਡੀ ਵੱਲ ਤੋਰਿਆ। ਬਾਬਾ ਬੁੱਢਾ ਜੀ ਸਤਿਗੁਰੂ ਜੀ ਦੀ ਤੇ ਸੰਗਤ ਦੀ ਸੇਵਾ ਕਰਨ ਲਈ ਖਡੂਰ ਵਿੱਚ ਰਹਿ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਗਲਤੀਆਂ ਮਾਫ਼ ਕਰਨੀਆਂ ਵਾਹਿਗੁਰੂ ਜੀ। ਅੱਗੇ ਸਾਖੀ ਬਾਬਾ ਬੁੱਢਾ ਜੀ ਨੇ ਆਪਣੇ ਦੋਹਾਂ ਸਪੁੱਤਰਾਂ ਦੇ ਵਿਆਹ ਕਰਨੇ। ਇਹ ਆਪਾਂ ਅਗਲੇ ਪਾਰਟ ਵਿੱਚ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।